ਸੋ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਤੁਹਾਡੀ ਆਪਣੀ ਪੰਜਾਬੀ ਚੈਨਲ ਹਿੰਦ ਪੰਜਾਬ 'ਤੇ ਸਵਾਗਤ ਹੈ ਅਤੇ ਮੈਂ ਬਲਜੀਤ ਪਰਮਾਰ ਹਾਜ਼ਰ ਹਾਂ ਬਹੁਤ ਹੀ ਅਹਿਮ ਖਬਰ ਲੈ ਕੇ। ਲਾਰੈਂਸ ਬਿਸ਼ਨੋਈ ਦੇ ਜੁਰਮ ਦੇ ਸਫ਼ਰ 'ਚ ਜਿਹੜਾ ਸਭ ਤੋਂ ਪਹਿਲਾ ਕੇਸ 2011 'ਚ ਮੋਹਾਲੀ ਦੇ ਫੇਜ਼ 8 ਦੇ ਥਾਣੇ 'ਚ ਦਰਜ ਹੋਇਆ ਸੀ, ਉਸ ਕੇਸ ਦਾ ਫੈਸਲਾ ਆ ਗਿਆ ਔਰ ਮਾਨਯੋਗ ਅਦਾਲਤ ਨੇ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਨੇ ਉਹਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ। ਬਹੁਤ ਵੱਡੀ ਘਟਨਾ ਹੈ। ਲਾਰੈਂਸ ਬਿਸ਼ਨੋਈ ਦੀ ਜ਼ਿੰਦਗੀ ਦਾ ਸਭ ਤੋਂ ਪਹਿਲਾ ਕੇਸ। ਪੁਲਿਸ ਇਸ ਕੇਸ ਨੂੰ ਸਿੱਧ ਨਹੀਂ ਕਰ ਸਕੀ, ਇਸ ਕਰਕੇ ਅਦਾਲਤ ਨੇ 3 ਮੁਲਜ਼ਮ ਇਹ 'ਚ ਜਿਹੜੇ ਸੀਗੇ ਲਾਰੈਂਸ ਬਿਸ਼ਨੋਈ ਔਰ ਇਹਦੇ 2 ਸਾਥੀ ਤਰਸੇਮ ਔਰ ਇੱਕ ਹੋਰ ਮੁੰਡਾ ਸੀ ਨਾਲ ਨਵਪ੍ਰੀਤ ਸਿੰਘ ਔਰ ਤਰਸੇਮ ਸਿੰਘ, ਇਹਨਾਂ ਤਿੰਨਾਂ ਨੂੰ ਉਸ ਕੇਸ 'ਚੋਂ ਬਰੀ ਕਰ ਦਿੱਤਾ ਹੈ ਔਰ ਪੁਲਿਸ ਨੂੰ ਨਮੋਸ਼ੀ ਦਾ ਮੂੰਹ ਦੇਖਣਾ ਪਿਆ। ਫੇਜ਼ 8 ਮੋਹਾਲੀ ਦੀ ਪੁਲਿਸ ਜਿੱਥੇ ਮਾਮਲਾ ਦਰਜ ਹੋਇਆ ਸੀ। ਮਾਮਲਾ ਕੀ ਤੁਹਾਨੂੰ ਦੱਸਦੇ। 1993 'ਚ ਜੰਮੇ ਲਾਰੈਂਸ ਬਿਸ਼ਨੋਈ ਨੇ 17 ਸਾਲ 'ਚ ਆਪਣੀ 10ਵੀਂ ਪਾਸ ਕੀਤੀ ਜਾਂ 11ਵੀਂ। ਉਸ ਤੋਂ ਬਾਅਦ 3 ਸਾਲ ਇਹਨੇ DAV ਕਾਲਜ ਚਲਾਏ। ਮਤਲਬ 2010 'ਚ ਇਹ 10ਵੀਂ 11ਵੀਂ ਕਰਕੇ ਹਾਇਰ ਸੈਕੰਡਰੀ ਕਰਕੇ ਪਿੰਡੋਂ ਚੰਡੀਗੜ੍ਹ ਆ ਜਾਂਦਾ। 2011 'ਚ ਕਿਤੇ DAV ਕਾਲਜ 'ਚ ਐਡਮਿਸ਼ਨ ਲੈਂਦਾ। ਉੱਥੇ ਸਟੂਡੈਂਟ ਯੂਨੀਅਨ ਨੂੰ ਲੈ ਕੇ ਸਟੂਡੈਂਟਸ ਦੀਆਂ ਗਤੀਵਿਧੀਆਂ ਨੂੰ ਲੈ ਕੇ ਲੜਾਈ ਝਗੜੇ ਹੋਣੇ ਸ਼ੁਰੂ ਹੁੰਦੇ ਆ। 26 ਸੈਕਟਰ ਦੇ ਖਾਲਸਾ ਕਾਲਜ ਦਾ ਇੱਕ ਵਿਦਿਆਰਥੀ ਸੀ ਸਤਵਿੰਦਰ ਸਿੰਘ। ਉਹ ਬੇਸਿਕਲੀ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਸੀ। ਉਸ ਸਟੂਡੈਂਟਸ ਦੇ ਚੱਲਦਿਆਂ ਐਕਟੀਵਿਟੀਜ਼ ਦੇ ਚੱਲਦਿਆਂ ਕੋਈ ਝਗੜਾ ਹੁੰਦਾ ਔਰ ਇੱਕ ਸ਼ਾਮ ਲਾਰੈਂਸ ਬਿਸ਼ਨੋਈ ਉਹਦੇ ਘਰ ਜਾ ਵੜਦਾ। ਇਹ ਮੁੰਡਾ ਸਤਵਿੰਦਰ ਕਿਉਂਕਿ ਫਤਿਹਗੜ੍ਹ ਸਾਹਿਬ ਦਾ ਸੀ, ਮੈਂ ਇੱਥੇ ਚੰਡੀਗੜ੍ਹ 'ਚ ਘਰ ਬਹੁਤ ਕਿਰਾਏ 'ਤੇ ਹੁੰਦੇ ਸੀ, ਕਿਰਾਇਆ ਜ਼ਿਆਦਾ ਹੁੰਦਾ ਸੀ। ਉਹਨੇ ਮੋਹਾਲੀ ਦੇ 69 ਸੈਕਟਰ 'ਚ ਇੱਕ ਕਮਰਾ ਕਿਰਾਏ 'ਤੇ ਲਿਆ ਹੁੰਦਾ ਸੀ ਅਤੇ ਇਕੱਲਾ ਰਹਿੰਦਾ ਸੀ। ਫਰਵਰੀ ਦੀ 4 ਤਰੀਕ ਦੀ ਰਾਤ ਨੂੰ 2011 ਦੀ ਕਾਫੀ ਲੇਟ ਨਾਈਟ 3-4 ਦੀ ਰਾਤ ਮਤਲਬ ਅੱਧੀ ਰਾਤ ਇਹ ਉਸ ਫੈਸਲੇ 'ਚ ਲਿਖਿਆ ਗਿਆ ਔਨ ਦ ਨਾਈਟ ਆਫ February 3rd and 4th 2011 ਮਤਲਬ 3 ਔਰ 4 ਦੀ ਰਾਤ ਮੀਨਸ ਅੱਧੀ ਰਾਤ। ਉਸ ਵੇਲੇ ਲਾਰੈਂਸ ਬਿਸ਼ਨੋਈ ਆਪਣੇ 2 ਸਾਥੀਆਂ ਨਾਲ ਨਵਦੀਪ ਸਿੰਘ ਔਰ ਨਵਨੀਤ ਸਿੰਘ ਔਰ ਨਾਲ ਇਹਦਾ ਦੋਸਤ ਤਰਸੇਮ ਸਿੰਘ, ਉਹਦੇ ਨਾਲ ਸਤਵਿੰਦਰ ਸਿੰਘ ਦੇ ਉਸ ਕਿਰਾਏ ਦੇ ਕਮਰੇ 'ਚ ਜਾਂਦੇ ਆ ਔਰ ਉਹ ਨਾਲ ਸ਼ਾਰਪ ਐਜਡ ਵੈਪਨ ਜੇ 'ਚ ਚਾਕੂ ਛੁਰੇ ਤਲਵਾਰਾਂ ਜੋ ਵੀ ਹੋਏਗਾ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰਦੇ ਆ ਅਤੇ ਨਾਲ ਜਾਣ ਲੱਗੇ ਇੱਕ ਹਵਾਈ ਫਾਇਰ ਵੀ ਲਾਰੈਂਸ ਬਿਸ਼ਨੋਈ ਕਰਦਾ। ਇਹ ਇਲਜ਼ਾਮ ਲੱਗਿਆ ਸੀ ਉਸ FIR 'ਚ। ਸੋ ਦੋਸਤੋ ਕੇਸ 2011 ਦਾ ਚੱਲ ਰਿਹਾ ਸੀ। ਉਹ ਕੇਸ ਪਹਿਲਾ ਕੇਸ ਸੀ ਜਿਹਦੇ 'ਚ ਲਾਰੈਂਸ ਬਿਸ਼ਨੋਈ ਅਰੈਸਟ ਹੋਇਆ ਸੀ, ਗ੍ਰਿਫਤਾਰ ਹੋਇਆ ਸੀ ਅਤੇ ਇਹਦੀ ਜ਼ਮਾਨਤ ਹੋਈ ਸੀ। ਉਸ ਤੋਂ ਬਾਅਦ ਦੁਸ਼ਮਣੀਆਂ ਵੱਧਦੀਆਂ, ਕਈ ਕੇਸ ਹੋਰ ਬਣਦੇ ਆ, ਲੜਾਈਆਂ ਝਗੜੇ ਹੋਰ ਵੀ ਹੋਏ ਅਤੇ ਉਦੋਂ ਬਾਅਦ ਪਿਛਲੇ 10-11 ਸਾਲਾਂ ਤੋਂ ਲਾਰੈਂਸ ਬਿਸ਼ਨੋਈ BA ਕਰ ਲਈ ਹੋਣੀ ਇਹਨੇ 3 ਸਾਲਾਂ 'ਚ ਜ਼ਮਾਨਤ 'ਤੇ ਆਉਣ ਤੋਂ ਬਾਅਦ। ਉਸ ਤੋਂ ਬਾਅਦ ਇਹ ਆਦਮੀ ਘਰੋਂ ਗੁੱਲ ਹੋ ਜਾਂਦਾ। ਘਰ ਦੇ ਕਹਿੰਦੇ ਆ ਕਿ ਅਚਾਨਕ ਇੱਕ ਦਿਨ ਕਹਿੰਦਾ ਮੈਂ ਵੈਸ਼ਨੋ ਦੇਵੀ ਜਾ ਰਿਹਾ ਅਤੇ ਉਸ ਤੋਂ ਬਾਅਦ ਦੁਬਾਰਾ ਘਰ ਨਹੀਂ ਆਇਆ। 2011-12 ਤੋਂ ਬਾਅਦ ਇਹ ਘਰ ਨਹੀਂ ਗਿਆ। ਇਹਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ, ਮੈਂ ਕੁਝ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ। ਹੁਣ ਤੁਸੀਂ ਦੋਸਤੋ ਦੇਖੋ ਇੱਕ ਯੰਗ ਉਮਰ 'ਚ ਪਹਿਲਾ ਕ੍ਰਾਈਮ ਜਿਹਦੇ 'ਚ ਤੇਜ਼ ਧਾਰ ਹਥਿਆਰਾਂ ਤੋਂ ਇਲਾਵਾ ਇੱਕ ਦੇਸੀ ਕੱਟੇ ਦਾ ਜਾਂ ਸ਼ਾਇਦ ਦੂਜਾ ਅਸਲੀ ਪਿਸਤੌਲ ਜਾਂ ਰਿਵਾਲਵਰ ਵੀ ਹੋ ਸਕਦਾ। ਉਹ ਅਜੇ ਡਿਟੇਲ ਜੱਜਮੈਂਟ ਆਏਗੀ ਕੱਲ੍ਹ ਨੂੰ ਛੁੱਟੀ ਤੋਂ ਬਾਅਦ, ਤਾਂ ਉਹ ਪੜ੍ਹ ਕੇ ਪਤਾ ਲੱਗੇਗਾ ਪੂਰਾ ਕੇਸ ਕੀ ਸੀ। ਲੇਕਿਨ ਸ਼ੁਰੂਆਤੀ ਇਨਫੋਰਮੇਸ਼ਨ ਦੇ ਮੁਤਾਬਕ ਜੱਜ ਸਾਹਿਬ ਨੇ ਕਿਹਾ ਕਿ ਪੁਲਿਸ ਆਪਣਾ ਕੇਸ ਸਿੱਧ ਕਰਨ 'ਚ ਨਾਕਾਮਯਾਬ ਰਹੀ ਹੈ। ਇਨ ਦ ਐਬਸੈਂਸ ਆਫ proof or failure of the prosecution
ਅਕਿਊਜ਼, ਤਿੰਨਾਂ ਅਕਿਊਜ਼ ਨੂੰ ਬਾਇਜ਼ਤ ਬਰੀ ਕਰ ਦਿੱਤਾ ਗਿਆ। ਦੋਸਤੋ, ਇਹ ਡਿਵੈਲਪਮੈਂਟ ਇਹ ਸਿੱਧ ਕਰਦੀ ਹੈ ਕਿ ਹੁਣ ਹੌਲੀ ਹੌਲੀ ਇੱਕ ਇੱਕ ਕਰਕੇ ਲਾਰੈਂਸ ਬਿਸ਼ਨੋਈ ਦੇ ਕੇਸ ਖਤਮ ਹੋਣਗੇ। ਇਹ ਇੱਕ ਟਰੈਂਡ ਹੈ ਜਿਹੜਾ ਸ਼ੁਰੂ ਹੋ ਚੁੱਕਾ, ਜਿਹੜਾ ਪਿਛਲੇ ਕਾਫੀ ਸਮੇਂ ਤੋਂ ਇੱਕ ਨੈਰੇਟਿਵ ਆ ਰਿਹਾ ਸੀ ਕਿ ਲਾਰੈਂਸ ਬਿਸ਼ਨੋਈ ਏਜੰਸੀਆਂ ਦੇ ਕਰੀਬ ਹੈ। ਦ ਪੀਪਲ ਇਨ ਪਾਵਰ, ਜਿਹੜੇ ਹਕੂਮਤ 'ਚ ਨੇ, ਉਹਦੀ ਮਦਦ ਕਰ ਰਹੇ, ਭਾਵੇਂ ਅੱਡ ਅੱਡ ਰਾਜਾਂ 'ਚ ਅੱਡ ਅੱਡ ਪਾਰਟੀਆਂ ਹਕੂਮਤ 'ਚ ਨੇ, ਪਰ ਕਿਤੇ ਨਾ ਕਿਤੇ ਰੂਲਿੰਗ ਕਲਾਸ ਦੇ ਕੁਝ ਲੋਕ ਅਤੇ ਪੁਲਿਸ ਦਾ ਇੱਕ ਵੱਡਾ ਤਬਕਾ ਇਹਦੀ ਮਦਦ ਕਰ ਰਿਹਾ। ਬਿਲਕੁਲ ਉਸੇ ਤਰ੍ਹਾਂ ਜਿਵੇਂ ਇਹੋ ਜਿਹਾ ਇੱਕ ਹੋਰ ਕਰੈਕਟਰ ਜੋ ਮੁੰਬਈ ਅੰਡਰਵਰਲਡ ਨਾਲ ਜੁੜਿਆ ਸੀ, ਛੋਟਾ ਰਾਜਨ, ਦੀਪਕ ਰਾਜਿੰਦਰਾ ਨਿਖਲਜੇ ਉਰਫ ਛੋਟਾ ਰਾਜਨ, ਉਹਦੇ ਨਾਲ ਹੋਇਆ। ਇੰਨੇ ਕੁ ਕੇਸ ਸੀ ਛੋਟਾ ਰਾਜਨ 'ਤੇ ਵੀ ਸੀਗੇ। ਬਸ ਜਦੋਂ ਬਾਲੀ ਤੋਂ ਉਹਨੂੰ ਲੈ ਕੇ ਆਂਦਾ ਰਿਪੈਟਰੀਏਟ ਕਰਕੇ, ਉਹਦੇ 'ਤੇ ਵੀ 72-73 ਕੇਸ ਸੀਗੇ। ਇਸੇ ਤਰ੍ਹਾਂ ਲਾਰੈਂਸ ਬਿਸ਼ਨੋਈ 'ਤੇ ਵੀ ਜਦੋਂ ਸੁਪਰੀਮ ਕੋਰਟ 'ਚ ਨੇ ਅਪੀਲ ਕੀਤੀ ਸੀ, ਉਦੋਂ 70-72 ਕੇਸ ਸੀ, ਹੁਣ ਤਾਂ 80 ਤੋਂ ਉੱਪਰ ਹੋ ਗਏ ਨੇ। ਛੋਟਾ ਰਾਜਨ ਦੇ ਕੇਸ ਜਦੋਂ ਤੋਂ ਉਹਨੂੰ ਭਾਰਤ ਲਿਆਂਦਾ ਗਿਆ 2015 'ਚ, ਉਦੋਂ ਬਾਅਦ ਸਾਰੇ ਦੇ ਸਾਰੇ ਕੇਸ ਉਹਦੇ CBI ਨੂੰ ਟਰਾਂਸਫਰ ਕਰਤੇ ਸੀ। ਮੈਂ ਛੋਟਾ ਰਾਜਨ ਦੀ ਗੱਲ ਇਸ ਕਰਕੇ ਦੱਸ ਰਿਹਾ ਕਿ ਆਉਣ ਵਾਲੇ ਸਮੇਂ 'ਚ ਇਹੋ ਜਿਹਾ ਵਰਤਾਰਾ ਲਾਰੈਂਸ ਬਿਸ਼ਨੋਈ ਦੇ ਕੇਸ 'ਚ ਵੀ ਹੋਵੇਗਾ, ਇਹ ਮੈਂ ਦਾਅਵੇ ਨਾਲ ਕਹਿ ਸਕਦਾ। ਜੋ ਸਾਬਰਮਤੀ ਜੇਲ੍ਹ 'ਚ ਰੱਖਿਆ ਗਿਆ, ਉਹਦੇ ਕੁਝ ਕਾਰਨ ਨੇ, ਤੁਹਾਨੂੰ ਅੱਜ ਦੱਸਦੇ। ਛੋਟਾ ਰਾਜਨ ਨੂੰ ਲਿਆ ਕੇ ਤਿਹਾੜ ਜੇਲ੍ਹ 'ਚ ਰੱਖਿਆ ਗਿਆ ਅਤੇ ਅੱਡ ਅੱਡ ਰਾਜਾਂ 'ਚ ਜੋ ਵੀ ਉਹਦੇ ਕੇਸ ਸੀ, ਸਾਰੇ ਦੇ ਸਾਰੇ CBI ਨੂੰ ਟਰਾਂਸਫਰ ਕਰ ਦਿੱਤੇ ਗਏ। ਕਿਤੇ ਵੀ ਜਗ੍ਹਾ 'ਤੇ, ਕਿਤੇ ਵੀ ਸਟੇਟ 'ਚ ਜਿੱਥੇ ਇੱਥੇ ਕੇਸ ਚੱਲਦੇ ਸੀ, ਉਹ CBI ਦੀ ਕੋਰਟ 'ਚ ਚੱਲਣ ਲੱਗ ਗਏ। ਦੂਜੀਆਂ ਅਦਾਲਤਾਂ ਤੋਂ ਲੈ ਕੇ ਸਾਰੇ CBI ਨੂੰ ਦੇ ਦਿੱਤੇ ਗਏ। ਔਰ ਕਿਸੇ ਵੀ ਕੇਸ ਵਿੱਚ ਛੋਟਾ ਰਾਜਨ ਨੂੰ ਅੱਜ ਤੱਕ ਤਿਹਾੜ ਜੇਲ੍ਹ 'ਚੋਂ ਕੱਢ ਕੇ ਕਿਤੇ ਵੀ ਪ੍ਰੋਡਿਊਸ ਨਹੀਂ ਕੀਤਾ ਗਿਆ। ਉਹਦੇ ਪੂਰੇ ਬਿਆਨ, ਸਾਰਾ ਕੁਝ ਵੀਡੀਓ ਕਾਨਫਰੰਸਿੰਗ ਨਾਲ ਹੁੰਦੇ ਆ। ਛੋਟਾ ਰਾਜਨ ਦੀ ਕਸਟਡੀ ਕਿਸੇ ਨੂੰ ਵੀ ਨਹੀਂ ਦਿੱਤੀ ਜਾਂਦੀ। ਹਾਲਾਂਕਿ ਉਹ ਇੱਕ ਉਮਰ ਕੈਦ ਦਾ ਦੋਸ਼ੀ ਹੈ। ਉਹਨੂੰ ਇੱਕ ਜਿਹੜੀ ਮਰਨ ਤੱਕ ਉਮਰ ਕੈਦ ਹੁੰਦੀ ਹੈ ਪੱਤਰਕਾਰ ਜਿਹੜੇ ਦੇ ਕੇਸ ਵਿੱਚ, ਬਿਲਕੁਲ ਉਹਨੂੰ ਉਸ ਕੇਸ 'ਚ ਪੂਰੀ ਉਮਰ ਦੀ ਸਜ਼ਾ ਲੱਗੀ। ਜਦੋਂ ਤੱਕ ਜਿਉਂਦਾ ਰਹੇਗਾ ਜੇਲ੍ਹ 'ਚ ਲੱਗੇਗਾ। ਔਰ ਉਹਦੀ ਸਜ਼ਾ ਸੁਪਰੀਮ ਕੋਰਟ ਨੇ ਵੀ ਬਰਕਰਾਰ ਰੱਖੀ। ਮਤਲਬ ਛੋਟਾ ਰਾਜਨ ਹੁਣ ਘੱਟੋ ਘੱਟ ਪੂਰੇ 25 ਸਾਲ ਉਹਨੂੰ ਜੇਲ੍ਹ 'ਚ ਕੱਟਣੇ ਪੈਣੇ ਆ, ਜੋ 2015 ਤੋਂ ਕੱਟ ਰਿਹਾ, ਜਾਂ ਜਦੋਂ ਤੋਂ ਵੀ ਉਹਦੇ ਹੋਣਗੇ। ਉਦੋਂ ਬਾਅਦ ਉਹ ਕੋਈ ਅਪੀਲ ਵੀਲ ਕਰੇਗਾ, ਸ਼ਾਇਦ ਬਾਹਰ ਆ ਜਾਵੇ। ਬਥੇਰੇ ਤਰੀਕੇ ਹੁੰਦੇ ਆ। ਉਹ ਬਿਲਕੁਲ ਉਸੇ ਤਰ੍ਹਾਂ ਲਾਰੈਂਸ ਬਿਸ਼ਨੋਈ ਨੂੰ ਵੀ ਸਾਬਰਮਤੀ ਜੇਲ੍ਹ 'ਚ ਰੱਖ ਦਿੱਤਾ ਗਿਆ, ਜਿੱਥੋਂ ਉਹਨੂੰ ਕਿਤੇ ਬਾਹਰ ਨਹੀਂ ਜਾਣ ਦਿੱਤਾ ਜਾਂਦਾ। ਕੋਈ ਕ੍ਰਾਸ ਐਗਜ਼ਾਮਿਨ ਆਮਣੇ ਸਾਹਮਣੇ ਕੋਰਟ ਕਚਹਿਰੀ 'ਚ ਨਹੀਂ ਹੁੰਦਾ, ਸਿਰਫ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੁੰਦਾ। ਇੱਕ ਇੱਕ ਕਰਕੇ ਛੋਟਾ ਰਾਜਨ ਨੂੰ ਹਰ ਕੇਸ 'ਚੋਂ ਬਰੀ ਕੀਤਾ ਜਾ ਰਿਹਾ ਹੈ। ਪਿਛਲੇ 9 ਸਾਲਾਂ 'ਚ ਤਕਰੀਬਨ 20-22 ਕੇਸਾਂ 'ਚ ਉਹਨੂੰ ਬਰੀ ਕਰ ਦਿੱਤਾ ਗਿਆ। ਔਰ ਹਰ ਕੇਸ ਇਹੀ ਤਰਕ ਦਿੱਤਾ ਜਾਂਦਾ ਅਦਾਲਤ ਵੱਲੋਂ ਕਿ ਪ੍ਰੋਸੀਕਿਊਸ਼ਨ ਆਪਣਾ ਕੇਸ ਛੋਟਾ ਰਾਜਨ ਦੇ ਖਿਲਾਫ ਸਿੱਧ ਨਹੀਂ ਕਰ ਸਕੀ। ਕਿਉਂ ਨਹੀਂ ਕਰ ਸਕੀ? ਉਹਦਾ ਕਾਰਨ ਹੈ ਬਹੁਤੇ ਕੇਸ ਛੋਟਾ ਰਾਜਨ 'ਤੇ ਉਦੋਂ ਰਜਿਸਟਰ ਹੋਏ ਸੀ ਜਦੋਂ ਉਹ ਵਿਦੇਸ਼ ਵਿੱਚ ਰਹਿੰਦਾ ਸੀ। ਹੁਣ ਜ਼ਰਾ ਸੋਚ ਕੇ ਦੇਖਿਓ, ਛੋਟਾ ਰਾਜਨ ਔਰ ਲਾਰੈਂਸ ਬਿਸ਼ਨੋਈ ਦੇ ਕੇਸ ਸਮਾਨਤਾਵਾਂ ਕੀ ਕੀ ਨੇ? ਦੋਨੇ ਕੇਸ ਇੱਕੋ ਜਿਹੇ ਕਿਵੇਂ ਨੇ? ਛੋਟਾ ਰਾਜਨ ਏਜੰਸੀਆਂ ਦਾ ਬੰਦਾ ਸੀ। ਏਜੰਸੀਆਂ ਨੇ ਛੋਟਾ ਰਾਜਨ ਤੋਂ ਔਰ ਉਸਦੇ ਸਾਥੀਆਂ ਤੋਂ ਕੰਮ ਲਏ। ਇੱਕ ਵਾਰੀ ਟੀਮ ਕਰਾਚੀ ਭੇਜੀ ਗਈ ਦਾਊਦ ਨੂੰ ਮਾਰਨ ਲਈ। ਬਿਲਕੁਲ ਲਾਸਟ ਮੂਵਮੈਂਟ 'ਤੇ ਵਾਪਸ ਸੱਦ ਲਏ ਗਏ ਕਿਉਂਕਿ ਕੁਝ ਖਤਰਾ ਵੱਧ ਗਿਆ ਸੀ। ਫਿਰ ਇੱਕ ਹੋਰ ਟੀਮ ਛੋਟਾ ਰਾਜਨ ਦੇ ਬੰਦਿਆਂ ਦੀ ਭੇਜੀ ਜਾ ਰਹੀ ਸੀ, ਔਰ ਭੇਜਣ ਤੋਂ ਪਹਿਲਾਂ ਹੀ ਮੁੰਬਈ ਪੁਲਿਸ ਕ੍ਰਾਈਮ ਬ੍ਰਾਂਚ ਦੀ ਇੱਕ ਟੀਮ ਜਦੋਂ IPS ਮੀਰਾ ਬੋਰਵਨਕਰ ਉਸ
क्राइम ब्रांच के हैड से उन्होंने अपनी टीम भेज के दिल्ली एक कार चों वो दो वड्डे बंदे फड़ ले जिहड़े दाऊद नूं पाकिस्तान जाके मारन की तैयारी कर रहे थे। और वो कार अपने अज दे NSA अजीत डोवाल साहब की कार सी। बड़ा हो हल्ला हो होया, लेकिन क्योंकि उदों कांग्रेस की सरकार सी, अजीत डोवाल रिटायर हो चुके सी, इस करके कुछ कर नहीं सके। सो नेपाल उतों के एक मैंबर पार्लीमेंट मिर्जा बेग का कतल छोटा राजन और उसके साथियों ने किया, जिहदे भी नेपाल ने एलीगेशन लाई कि भारत दी एजेंसियां का हथ है। उस तरह बहुत सारे काम जिहड़े एजेंसियां खुद नहीं सी करना चाहदियां वो छोटा राजन तो करवाए गए। बिल्कुल उस तरह अज के दिन लॉरेंस बिश्नोई नूं वरत्या जा रहा है। जिस तरह एक एक केस विच छोटा राजन नूं बरी किया जा रहा है, इस करके कि एविडेंस इज़ नॉट इनफ, एविडेंस सही नहीं है जो उस गलतियां ने, उस करके वो बरी हो रहा। तो अद्धे केस वो तकरीबन खत्म हो गए, जां गवाह मुकर जाते आ, जां पुलिस की इन्वेस्टिगेशन कमियां रह जांदियां। हालांकि उन्हें रहना जेल च ही, पर फिर भी केस खत्म किए जा रहे हैं ताकि जदों उहदा 24-25 साल जेल च रहने तो बाद बाहर आने का मौका लगे, उदों कोई रुकावट पैदा ना होवे, उन्होंने किसी कोर्ट कचहरी ना जाना पवे जिथे उत्ते कोई हमला हो सकता होवे। उन्होंने सेफ गार्ड एजेंसियां करदियां, जिहड़े बंदियां दा इस्तेमाल एजेंसियां करदियां उन्हां दा ख्याल भी रखदियां, ये कोई माड़ी गल नहीं है। बिल्कुल उस तरह का केस लॉरेंस बिश्नोई नाल हो रहा। पहलां तो इन्ने सारे केस उहदे ते बनन दिते एजेंसियां ने, चल पे, फिर उदों बाद उन्होंने अपने विंग्स थले लै लिया, प्रोटैक्शन च लै लिया, वो तो काम कराने शुरू किए। गल मैं नहीं कह रहा, ये इल्ज़ाम कनेडा सरकार भी ला रही है तो अमरीका सरकार भी ला रही, ओपोजिशन पार्टियां भी ला रही हैं, तो लॉरेंस बिश्नोई के विरोधी भी ला रहे। असी तो वही गल कर रहे हैं जो पब्लिक डोमेन च है। सो हुण जदों इन्ने कांड हो गए, जिवें छोटा राजन ते 72-73 केस हो गए सी, उस तरह लॉरेंस बिश्नोई ते उन्ने केस हो गए, क्योंकि छोटा राजन बाहर बैठ के गैंग कंट्रोल कर रहा सी, देश तो बाहर बैठ के। इस करके उसकी डायरैक्ट इनवॉल्वमेंट किसी केस साबित नहीं हुई। जिते पुलिस ने कहा कि जी इन्हें फोन करके अपने बंदियां नूं कहा सी फलाने बंदे नूं मार दिओ, वो बंदे बाद च मुकर गए, कहते सानूं तो कहा ही नहीं सी इन्हें, असीं तां आपे बंदा मारिया। बिल्कुल उस तरह की स्ट्रैटजी नैरेटिव लॉरेंस बिश्नोई के केस खेडिया जा रहा, और उसका फायदा लॉरेंस बिश्नोई नूं उस तरह होगा जिस तरह छोटा राजन नूं होया। वो भी तिहाड़ जेल च बैठा, खबरां च इस करके नहीं है क्योंकि उन्हें कोई तिहाड़ जेल च बैठ के कोई नवा काम नहीं किया। जदों तो आया वापस 2015 उदों पहला तो 72 केस है, उदों बाद उन्हें किसी ने कोई धमकी नहीं दी, किसी ने मरवाया नहीं, किसी ना कोई पग्गा नहीं लिया, आराम नाल बैठा। उन्होंने सारिया सहूलतां तिहाड़ जेल च मिलदियां। मोबाइल फोन उहदे कोले भी हैगा, पर वह मिसयूज नहीं करता, वो अपने घरदियां नाल, बच्चों नाल, माँ नाल, बीवी नाल, भरावां नाल गल करन लई करदा। लेकिन गैंग दियां एक्टिविटीज़ बिल्कुल बंद, इस गल च कोई शक नहीं। हुण आ जाओ वापस लॉरेंस बिश्नोई ते। ये पिछले 2011 के पहले केस तो बाद 2013 तो तकरीबन 13 एंड तो या 14 बिगनिंग तो जेल च है, 10-11 साल। हुण जिन्ने भी केस ये 80 केस जिहड़े हुण तक हो गए लॉरेंस बिश्नोई ते चलदे आ, वो एक एक करके सारे खत्म हो जाएंगे, बिल्कुल उस तरह जिमें छोटा राजन के केस खत्म हो गए। सिस्टम है, सिस्टम एक सिस्टम च काम करता। देर आर सिस्टम्स विद इन द सिस्टम। ये एक बड़ी इंटैलीजेंस एजेंसी च एक थियरी है, सिस्टम विद इन द सिस्टम। सो
ਹੁਣ ਜਿੰਨੇ ਕੇਸ ਚੱਲਣਗੇ, ਉਹ ਭਾਵੇਂ ਸਿੱਧੂ ਮੂਸੇਵਾਲੇ ਦਾ ਕੇਸ ਹੋਵੇ, ਉਹ ਭਾਵੇਂ ਬਾਬਾ ਸਦੀਕੀ ਦਾ ਕੇਸ ਹੋਵੇ, ਭਾਵੇਂ ਸੁਖਦੇਵ ਸਿੰਘ ਗੋਗਾ ਮੇੜੀ ਦਾ ਕੇਸ ਹੋਵੇ ਰਾਜਸਥਾਨ ਦਾ, ਜਦੋਂ ਟਰਾਇਲ 'ਚ ਆਏਗਾ ਇਹ ਸਿੱਧ ਕਰਨਾ ਬਹੁਤ ਔਖਾ ਹੋ ਜਾਣਾ ਕਿ ਜੇਲ੍ਹ ਤੋਂ ਬੈਠ ਕੇ ਲਾਰੈਂਸ ਬਿਸ਼ਨੋਈ ਨੇ ਹਦਾਇਤਾਂ ਦਿੱਤੀਆਂ ਅਤੇ ਉਹਦੇ ਕਹਿਣ 'ਤੇ ਸਾਰਾ ਕੁਝ ਹੋਇਆ। ਜਿਹੜੇ ਲੋਕ ਰੈੱਡ ਹੈਂਡਡ ਫੜੇ ਗਏ, ਜਿਨ੍ਹਾਂ ਦੀ ਕੇਸਾਂ 'ਚ ਇਨਵੋਲਵਮੈਂਟ ਸੀ, ਜਦੋਂ ਉਹੀ ਗਵਾਹ ਸਾਰੇ ਕਹਿ ਦੇਣਗੇ ਕਿ ਅਸੀਂ ਲਾਰੈਂਸ ਬਿਸ਼ਨੋਈ ਨੂੰ ਜਾਣਦੇ ਜ਼ਰੂਰ ਹਾਂ, ਨਾ ਜ਼ਰੂਰ ਸੁਣਿਆ, ਪਰ ਇਹਨੇ ਸਾਨੂੰ ਕਦੇ ਨਹੀਂ ਕਿਹਾ ਕਿ ਤੂੰ ਮੂਸੇਵਾਲੇ ਨੂੰ ਮਾਰ ਜਾਂ ਤੂੰ ਸਲਮਾਨ ਖਾਨ ਨੂੰ ਮਾਰੋ ਜਾਂ ਬਾਬਾ ਸਦੀਕੀ ਨੂੰ ਮਾਰੋ ਜਾਂ ਦਿੱਲੀ ਦੇ ਉਸ ਨਜੀਬ ਖਾਨ ਨੂੰ ਮਾਰੋ ਜਿਮ ਆਪਰੇਟਰ ਨੂੰ, ਇਹ ਸਾਰੀਆਂ ਕਹਾਣੀਆਂ ਪੁਲਿਸ ਦੇ ਰਿਕਾਰਡ 'ਚ ਧਰੀਆਂ ਧਰਾਈਆਂ ਰਹਿ ਜਾਣੀਆਂ, ਕਿਉਂਕਿ ਕਾਨੂੰਨ ਐਵੀਡੈਂਸ ਮੰਗਦਾ ਔਰ ਪੁਲਿਸ ਦੇ ਹਰ ਕਿਸਮ ਦੀ ਐਵੀਡੈਂਸ 'ਚ ਹਰ ਕੇਸ 'ਚ ਕਿਤੇ ਨਾ ਕਿਤੇ ਕਮੀਆਂ ਖਾਮੀਆਂ ਲੂਪ ਹੋਲ ਕਮਿਆਦੇ ਰਹਿ ਜਾਂਦੇ। ਉਹਨਾਂ ਦਾ ਫਾਇਦਾ ਇਹਨਾਂ ਦੇ ਵਕੀਲ ਜ਼ਰੂਰ ਉਠਾਉਂਦੇ ਆ। ਹੁਣ ਜੋ ਤੁਹਾਨੂੰ ਗੱਲ ਅੱਜ ਤੱਕ ਬੜੀ ਹੈਰਾਨ ਕਰਨ ਵਾਲੀ ਲੱਗਦੀ ਸੀ ਕਿ ਲਾਰੈਂਸ ਬਿਸ਼ਨੋਈ ਜ਼ਮਾਨਤ ਕਿਉਂ ਨਹੀਂ ਕਰਾਉਂਦਾ, ਇਹ ਵੀ ਇੱਕ ਸੋਚੀ ਸਮਝੀ ਸਟ੍ਰੈਟਜੀ ਹੈ, ਇਹ ਵੀ ਇੱਕ ਬੜੀ ਪਲੈਨਿੰਗ ਹੈ ਬੜੀ ਖੂਬਸੂਰਤ। ਜਦੋਂ ਤੁਹਾਨੂੰ ਜੇਲ੍ਹ 'ਚ ਸਾਰੀਆਂ ਫੈਸਿਲਿਟੀਜ਼ ਮਿਲਦੀਆਂ ਹੋਣ, ਸਾਰਾ ਕੁਛ ਮੁਹੱਈਆ ਹੋਵੇ, ਤੁਹਾਡੀ ਜਾਨ ਨੂੰ ਖਤਰਾ ਨਾ ਹੋਵੇ, ਤੁਹਾਡਾ ਕੰਮ ਵੀ ਚੱਲਦਾ ਹੋਵੇ, ਫਰੌਤੀਆਂ ਵੀ ਆਉਂਦੀਆਂ ਹੋਣ, ਪੈਸੇ ਵੀ ਆਉਂਦੇ ਹੋਣ, ਤੁਹਾਨੂੰ ਇਹ ਵੀ ਯਕੀਨ ਹੋਵੇ ਅੰਦਰ ਖਾਤੇ ਔਰ ਬਾਹਰੋਂ ਵੀ ਕਿ ਤੁਹਾਡਾ ਵਿਗੜਨਾ ਕੁਛ ਨਹੀਂ, ਅਤੇ ਫਿਰ ਕ੍ਰਾਈਮ ਰੋਕੇਗਾ ਕਿਵੇਂ ਅਤੇ ਇਹੋ ਜਿਹੀਆਂ ਗਤੀਵਿਧੀਆਂ ਰੋਕਣਗੀਆਂ ਕਿਵੇਂ। ਹੁਣ ਹੋਰ ਸਾਲ 2 ਸਾਲ ਇਹੋ ਜਿਹੇ ਕੇਸ ਹੋਣਗੇ, ਇਹੋ ਜਿਹੇ ਜਿਹੜੇ ਡਾਊਨਸ ਹੁੰਦੇ ਆ ਜਾਂ ਛੋਟਾ ਰਾਜਨ ਵਰਗੇ ਦੂਸਰੇ, ਇਹਨਾਂ ਦਾ ਇੱਕ ਟਾਈਮ ਫਰੇਮ ਹੁੰਦਾ, 5 ਸਾਲ 7 ਸਾਲ 10 ਸਾਲ, ਸਾਰੀ ਉਮਰ ਇਹੋ ਜਿਹੇ ਕੰਮ ਨਹੀਂ ਚੱਲਦੇ। ਕਿਤੇ ਨਾ ਕਿਤੇ ਜਾ ਕੇ ਬਰੇਕ ਲੱਗ ਹੀ ਜਾਂਦੀ ਹੈ, ਕੋਈ ਹੋਰ ਪੈਦਾ ਹੋ ਜਾਂਦਾ, ਕੋਈ ਨਵੇਂ ਪਾਵਰ ਇਕੁਏਸ਼ਨਸ ਹੋ ਜਾਂਦੀਆਂ, ਸਰਕਾਰਾਂ ਬਦਲ ਜਾਂਦੀਆਂ, ਏਜੰਸੀਆਂ ਦੇ ਚੀਫ ਬਦਲ ਜਾਂਦੇ ਆ, ਸਰਕਾਰ ਦੀ ਪਾਲਿਸੀ ਬਦਲ ਜਾਂਦੀ ਆ, ਬਹੁਤ ਕੁਝ ਚੇਂਜ ਹੋ ਜਾਂਦਾ, ਜਾਂ ਯੂਨੀਵਰਸਲ ਲੈਵਲ 'ਤੇ ਕੁਝ ਹਾਲਾਤ ਬਦਲ ਜਾਂਦੇ ਆ, ਸਿਨੈਰੀਓ ਚੇਂਜ ਹੋ ਜਾਂਦਾ ਅਤੇ ਸਟ੍ਰੈਟਜੀ ਵੀ ਬਦਲਣੀਆਂ ਪੈਂਦੀਆਂ। ਹੁਣ ਇੱਕ ਕੇਸ 'ਚੋਂ ਬਰੀ ਹੋ ਗਿਆ, ਔਰ ਤੁਸੀਂ ਮੇਰੀ ਗੱਲ ਯਾਦ ਰੱਖਿਓ, ਹਰ ਦੂਜੇ ਤੀਜੇ ਮਹੀਨੇ ਖਬਰ ਆਇਆ ਕਰੂਗੀ ਫਲਾਣੇ ਕੇਸ 'ਚੋਂ ਲਾਰੈਂਸ ਬਿਸ਼ਨੋਈ ਬਰੀ, ਫਲਾਣੇ ਕੇਸ 'ਚੋਂ ਲਾਰੈਂਸ ਬਿਸ਼ਨੋਈ ਬਰੀ। ਹੁਣ ਇੱਕ ਇੱਕ ਕਰਕੇ ਤਕਰੀਬਨ ਸਾਰੇ ਕੇਸ ਆਉਣ ਵਾਲੇ 3-4 ਸਾਲਾਂ 'ਚ ਨਿਪਟਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਹਦੇ 'ਚ ਵਕੀਲਾਂ ਦਾ, ਏਜੰਸੀਆਂ ਦਾ ਔਰ ਇਨਵੈਸਟੀਗੇਟਿੰਗ ਆਫਿਸਰਸ ਦਾ ਬਹੁਤ ਵੱਡਾ ਹੱਥ ਹੁੰਦਾ, ਜਿਹੜੇ ਐਨ ਮੌਕੇ 'ਤੇ ਜਾ ਕੇ ਉਹ ਵੀ ਆਪਣੇ ਬਿਆਨਾਂ ਤੋਂ ਮੁੱਕਰ ਜਾਂਦੇ ਆ ਕਿ ਮੈਨੂੰ ਤਾਂ ਯਾਦ ਨਹੀਂ ਜੀ, ਇਹ ਤਾਂ ਕੇਸ 10 ਸਾਲ ਪਹਿਲਾਂ ਮੈਨੂੰ ਕਿਸੇ ਨੇ ਕਿਹਾ ਸੀ ਇਸ ਤਰ੍ਹਾਂ ਹੋਇਆ ਸੀ, ਮੈਂ ਲਿਖਤਾ, ਹੁਣ ਮੈਨੂੰ ਯਾਦ ਨਹੀਂ ਮੈਂ ਕਿਉਂ ਲਿਖਿਆ। ਬਸ ਅਦਾਲਤ ਨੂੰ ਇਹੋ ਜਿਹੇ ਬਹਾਨੇ ਚਾਹੀਦੇ ਹੁੰਦੇ ਆ, ਉਹਨਾਂ ਨੇ ਕਹਿਣਾ ਜੀ ਕੇਸ ਪੁਲਿਸ ਦਾ ਕੇਸ ਡਿਸਮਿਸ, ਫਲਾਣੇ ਫਲਾਣੇ ਅਕਿਊਜ਼ ਫॉर ਲੈਕ ਆਫ ਐਵੀਡੈਂਸ, ਇਹ ਬਰੀ, ਅਤੇ ਬਾਕੀ ਜਿਹੜੇ ਇਨਵਾਲਵਡ ਆ ਉਹਨਾਂ ਨੂੰ 5-5 ਸਾਲ ਦੀ ਸਜ਼ਾ, 7 ਸਾਲ ਦੀ ਸਜ਼ਾ, 10 ਸਾਲ ਦੀ ਸਜ਼ਾ ਜੋ ਵੀ ਹੋਊਗੀ ਉਹ ਸੁਣਾ ਦਿੱਤੀ ਜਾਣੀ ਹੈ। ਜਿਹੜੇ ਐਕਚੁਅਲ ਅਕਿਊਜ਼ਡ ਆ ਉਹ ਤਾਂ ਸਾਰੇ ਫਸ ਜਾਣਗੇ, ਜਿਹੜੇ ਕੰਸਪੀਰੇਸੀ 'ਚ ਸ਼ਾਮਲ ਦੱਸੇ ਜਾਂਦੇ ਆ, ਹਮੇਸ਼ਾ ਹਰ ਕੇਸ 'ਚ ਧਾਰਾ 120 ਵੀ ਲਾ ਦਿੱਤੀ ਜਾਂਦੀ ਆ ਕੰਸਪੀਰੇਸੀ। ਉਹ ਕੰਸਪੀਰੇਸੀ ਵਾਲੇ ਕੇਸ 'ਚ ਸਭ ਤੋਂ ਜ਼ਿਆਦਾ ਕੇਸ ਜਿਹੜੇ ਨੇ ਉਹ ਲਾਰੈਂਸ ਬਿਸ਼ਨੋਈ 'ਤੇ ਨੇ ਅੱਜ ਦੇ ਦਿਨ। ਉਹ ਕੰਸਪੀਰੇਸੀ ਸਿੱਧ ਨਹੀਂ ਹੋਣੀ ਕਿਉਂਕਿ ਗਵਾਹ ਕੋਈ ਹੋਣਾ ਨਹੀਂ। ਹੁਣ ਜਿਹੜੇ ਬੰਦੇ ਮਰੇ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਹੱਥੋਂ, ਉਹ ਕੱਲ੍ਹ ਨੂੰ ਜਾ ਕੇ ਕਿਵੇਂ ਗਵਾਹੀ ਦੇਣਗੇ ਲਾਰੈਂਸ ਬਿਸ਼ਨੋਈ ਦੇ ਖਿਲਾਫ ਅਤੇ ਉਹਦੇ ਬੰਦਿਆਂ ਦੇ ਖਿਲਾਫ। ਉਹ ਡਰਨਗੇ ਕਿ ਅੱਗੇ ਸਾਡੇ ਘਰ ਦਾ ਇੱਕ ਜੀਅ ਚਲਿਆ ਗਿਆ, ਅਸੀਂ ਕਾਹਨੂੰ ਦੁਸ਼ਮਣੀਆਂ ਪਾਈਏ, ਉਹ ਪਿੱਛਾ ਕਰਨਾ ਹੀ ਛੱਡ ਦਿੰਦੇ। ਪਹਿਲਾਂ ਤਾਂ ਕੇਸਾਂ ਨੂੰ ਲਟਕਾਇਆ ਜਾਂਦਾ ਇੰਨਾ ਲੰਬਾ ਕਿ ਉਹ ਜਿਹੜਾ ਕੋਈ
40-45 ਸਾਲ ਦਾ ਵਿਟਨੈਸ ਹੁੰਦਾ, ਉਹ ਕੇਸ ਦੇ ਐਂਡ ਤੱਕ 65 ਸਾਲ ਦਾ ਹੋ ਜਾਂਦਾ। ਉਹ ਕਹਿੰਦਾ ਮੈਂ ਨਹੀਂ ਕਚਹਿਰੀਆਂ ਪੂਰੀਆਂ ਜਾ ਸਕਦਾ, ਖਸਮਾਂ ਨੂੰ ਖਾਵੇ, ਛੱਡੋ, ਮਾਫ ਕਰੋ, ਮੈਨੂੰ ਕੁਝ ਨਹੀਂ ਚਾਹੀਦਾ, ਜੋ ਹੋਣਾ ਸੀ ਹੋ ਗਿਆ। ਔਰ ਫਿਰ ਜਦੋਂ ਲੋਕਾਂ ਨੂੰ ਇਹ ਲੱਗਣ ਲੱਗ ਜਾਏ ਕਿ ਡਾਓ ਨੇ ਗੈਂਗਸਟਰ ਤਾਂ ਹੁਣ ਬਹੁਤ ਵੱਡਾ ਹੋ ਗਿਆ, ਇਹਦੇ ਨਾਲ ਲੜ ਨਹੀਂ ਸਕਦੇ, ਬੰਦੇ ਵੈਸੇ ਹੀ ਪਿੱਛਾ ਛੱਡ ਦਿੰਦੇ। ਸੋ ਅਲਟੀਮੇਟਲੀ ਕਹਿਣ ਦਾ ਮਤਲਬ ਇਹ ਸੀ, ਹੁਣ ਸ਼ੁਰੂਆਤ ਹੋ ਚੁੱਕੀ ਆ ਲਾਰੈਂਸ ਬਿਸ਼ਨੋਈ ਦੇ ਕੇਸ ਇੱਕ ਇੱਕ ਕਰਕੇ ਖਤਮ ਕਰਨ ਦੀ। ਔਰ ਜਦੋਂ ਤੱਕ ਇਹ ਕੇਸ ਖਤਮ ਨਹੀਂ ਹੁੰਦੇ, ਮੈਨੂੰ ਨਹੀਂ ਲੱਗਦਾ ਉਹਨੂੰ ਜੇਲ੍ਹ 'ਚੋਂ ਛੱਡਿਆ ਜਾਊਗਾ। ਸਾਰੇ ਦੇ ਸਾਰੇ ਕੇਸਿਸ ਜਿਹੜੇ ਆ ਉਹ ਸਟੇਟਮੈਂਟਾਂ 'ਤੇ ਜਾਂ ਪੁਲਿਸ ਦੇ ਕੰਜੈਕਚਰਸ 'ਤੇ ਆਧਾਰਿਤ ਨੇ। ਐਵੀਡੈਂਸ ਜੋ ਹੈ ਵੀ ਆ ਉਹ ਕੋਰਟ 'ਚ ਜ਼ਿਆਦਾ ਮੰਨੀ ਨਹੀਂ ਜਾਣੀ, ਇਹ ਵਕੀਲਾਂ ਦਾ ਮਨਾਣਾ ਹੈ। ਹੁਣ ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਕੀ ਲਾਰੈਂਸ ਬਿਸ਼ਨੋਈ ਅਲਟੀਮੇਟਲੀ ਫਰੀ ਹੋ ਕੇ ਕਿਤੇ ਇੱਕ ਅੱਧੇ ਕੇਸ 'ਚ ਅਗਰ ਕਿਤੇ ਕੋਈ ਵਧੀਆ ਐਵੀਡੈਂਸ ਜਾਂ ਚੰਗੀ ਐਵੀਡੈਂਸ ਕਿਸੇ ਚੰਗੇ ਅਫਸਰ ਨੇ ਕਿਸੇ ਚੰਗੇ ਮੌਕੇ 'ਤੇ ਸੁਖਾਵੇਂ ਹਾਲਾਤ ਕੰਡਿਊਸਿਵ ਸਰਕਮਸਟਾਂਸਿਸ ਦੇਤੀਆਂ, ਜਿਵੇਂ ਛੋਟਾ ਰਾਜਨ ਦੇ ਖਿਲਾਫ ਇੱਕ ਕੇਸ ਜੇਡੇ ਮਰਡਰ ਦਾ ਕੇਸ, ਅਰੁਣ ਗਵਲੀ ਮਾਬੇ ਦਾ ਦੂਸਰਾ ਵੱਡਾ ਡਾਨ, 250-300 ਮਰਡਰ ਕਰਾਉਣ ਤੋਂ ਬਾਅਦ ਵੀ ਉਹ ਬੰਦੇ ਨੂੰ ਇੱਕ ਕੇਸ 'ਚ ਸਜ਼ਾ ਹੋਈ ਹੈ, ਉਹ ਵੀ ਸ਼ਿਵ ਸੈਨਾ ਦੇ ਇੱਕ ਮਿਊਨਸਪਲ ਕਾਰਪੋਰੇਟਰ ਦੇ ਕਤਲ ਕੇਸ ਵਿੱਚ, ਕਿਉਂਕਿ ਰਕੇਸ਼ ਮਾਰੀਆ ਆਫਿਸਰ ਨੇ ਇਹ ਇਨਸ਼ੋਰ ਕੀਤਾ ਕਿ ਐਵੀਡੈਂਸ ਜਿਹੜੀ ਆ ਉਹ ਬਰਾਬਰ ਬਣਾਈ ਜਾਵੇ, ਕੋਈ ਕਮੀ ਨਾ ਰਹੀ ਜਾਵੇ। ਉਹ ਵੀ ਇੱਕ ਕੇਸ 'ਚ ਸਜ਼ਾ ਭੁਗਤ ਰਿਹਾ, ਅੱਜ ਤੱਕ ਜੇਲ੍ਹ ਦੇ ਅੰਦਰ ਹੈ, ਬਾਕੀ ਸਾਰੇ ਕੇਸਾਂ 'ਚੋਂ ਬਰੀ ਹੋ ਰਿਹਾ, ਇੱਕ ਇੱਕ ਕਰਕੇ ਬਰੀ। ਅਤੇ ਜੇ ਕਿਤੇ 10 ਸਾਲ ਦੀ ਸਜ਼ਾ ਹੋ ਵੀ ਗਈ ਕਿਸੇ ਕੇਸ 'ਚ, ਉਹ ਉਦੋਂ ਫੈਸਲਾ ਆਉਣਾ ਜਦੋਂ ਬੰਦੇ ਨੇ ਆਲਰੇਡੀ ਜੇਲ੍ਹ 'ਚ 10 ਸਾਲ ਕੱਟ ਲਏ ਹੋਣੇ, ਉਹ ਵੀ ਮਾਫ ਹੋ ਜਾਂਦਾ। ਲੈ ਦੇ ਕੇ ਇੱਕ ਅੱਧਾ ਕੇਸ ਬਚਦਾ ਹੁੰਦਾ ਐਂਡ 'ਚ, ਉਹਦੇ 'ਚੋਂ ਬੰਦਾ ਬਾਹਰ ਆ ਜਾਂਦਾ, ਫਿਰ ਜੈ ਮਾਤਾ ਦੀ ਠੀਕ ਹੈ, ਜੋ ਮਰਜ਼ੀ ਕਰੋ। ਦੋਸਤੋ, ਤੁਹਾਡੇ ਨਾਲ ਅੱਜ ਦੀ ਇਹ ਘਟਨਾ ਸਾਂਝੀ ਕਰਨੀ ਸੀ। ਆਉਣ ਵਾਲੇ ਦਿਨਾਂ 'ਚ ਇਸੇ ਕਿਸਮ ਦੇ ਜੁੜੇ ਮਸਲੇ ਮਸਾਲੇ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।